ਹੈਲੋ ਵੈਲਕਮ ਟੂ ਆਲ ਔਨ ਮਾਈ YouTube ਚੈਨਲ ਜਿੰਦਲ ਕੈਮਿਸਟਰੀ ਕਲਾਸਿਸ। ਅੱਜ ਦਾ ਜੋ ਆਪਣਾ ਕੁਐਸਚਨ ਸੀ ਉਹ ਤੁਹਾਡੇ ਕੈਮੀਕਲ ਇਕੁਲਿਬਰੀਅਮ ਤੋਂ ਲਿੱਤਾ ਗਿਆ ਸੀ, ਜਿਸ ਦਾ ਜੋ ਕੁਐਸਚਨ ਦਾ ਜੋ ਮੇਨ ਕਨਸੈਪਟ ਸੀ ਉਹ ਤੁਹਾਡੇ ਇਕੁਲਿਬਰੀਅਮ ਕੌਂਸਟੈਂਟ ਦੇ ਉੱਪਰ ਸੀ, ਜਿਸ ਨੂੰ ਆਪਾਂ ਕੈਪੀਟਲ K ਦੇ ਨਾਲ ਡਿਨੋਟ ਕਰਦੇ ਹਾਂ। ਇਹਦੇ ਵਿੱਚ ਦੇਖੋ ਤੁਹਾਨੂੰ ਇੱਕ ਕੈਮੀਕਲ ਰਿਐਕਸ਼ਨ ਗਿਵਨ ਸੀ A+2B, ਜੋ ਕਿ ਤੁਹਾਨੂੰ 2C ਪ੍ਰੋਡਕਟ ਦੀ ਫੋਰਮੇਸ਼ਨ ਦਿੰਦਾ ਹੈ। ਅਤੇ ਕੁਐਸਚਨ 'ਚ ਤੁਹਾਨੂੰ ਗਿਵਨ ਕੀ ਹੈ ਕਿ ਤੁਹਾਡੇ ਕੋਲ 2 ਮੋਲਸ ਆਫ A, 3 moles of B ਤੇ 2 moles of C already present ਨੇ in a 2 ਲੀਟਰ ਫਲਾਸਕ, ਹੈ ਨਾ। ਐਂਡ ਇਕੁਲਿਬਰੀਅਮ ਜੋ ਕੰਸਨਟ੍ਰੇਸ਼ਨ ਹੈ C ਦੀ ਉਹ ਤੁਹਾਡੇ ਕੋਲ ਕਿੰਨੀ ਗਿਵਨ ਹੈ 0.5 ਮੋਲ ਪਰ ਲੀਟਰ ਦਿੱਤੀ ਹੋਈ ਹੈ ਕਿ ਜਦੋਂ ਸਿਸਟਮ ਇਕੁਲਿਬਰੀਅਮ ਨੂੰ ਅਟੇਨ ਕਰ ਲੈਂਦਾ ਹੈ ਤਾਂ ਉਹਦੀ ਜਿਹੜੀ ਕੰਸਨਟ੍ਰੇਸ਼ਨ ਹੈ C ਦੀ ਪ੍ਰੋਡਕਟ ਦੀ ਉਹ ਕਿੰਨੀ ਹੈ 0.5 ਹੈ। ਤਾਂ ਸਭ ਤੋਂ ਪਹਿਲਾਂ ਨਾ ਆਪਾਂ ਟਾਈਮ 0 ਤੇ ਮਤਲਬ ਇਨੀਸ਼ੀਅਲ ਫੇਜ਼ ਦੇ ਵਿੱਚ ਇਹ ਫਾਈਂਡ ਆਊਟ ਕਰ ਲੈਂਦੇ ਹਾਂ ਕਿ A, B ਤੇ C ਦੀ ਕੰਸਨਟ੍ਰੇਸ਼ਨ ਕਿੰਨੀ ਗਿਵਨ ਹੈ। ਹੁਣ ਤੁਹਾਨੂੰ ਪਤਾ ਹੈ ਜੋ ਤੁਹਾਡੀ ਕੰਸਨਟ੍ਰੇਸ਼ਨ ਹੁੰਦੀ ਹੈ ਉਹ ਕਾਹਦੇ ਇਕੁਅਲ ਹੁੰਦੀ ਹੈ ਤੁਹਾਡੇ, ਦੈਟ ਇਜ਼ ਇਕੁਅਲਸ ਟੂ ਮੋਲਸ ਅਪੋਨ ਵੋਲਿਊਮ। ਤਾਂ ਅਗਰ ਮੈਂ ਇੱਥੇ ਹੁਣ ਗੱਲ ਕਰਾਂ ਤੁਹਾਡੇ A ਦੀ, ਤਾਂ A ਦੇ ਮੋਲਸ ਕਿੰਨੇ ਦਿੱਤੇ ਹੋਏ ਨੇ 2, ਅਤੇ ਵੋਲਿਊਮ ਕਿੰਨਾ ਦਿੱਤਾ ਹੋਇਆ ਤੁਹਾਡੇ ਫਲਾਸਕ ਦਾ, ਦੈਟ ਇਜ਼ 2। ਸੋ ਦੈਟ ਮੀਨਸ ਇਨੀਸ਼ੀਅਲੀ ਜੋ ਕੰਸਨਟ੍ਰੇਸ਼ਨ ਤੁਹਾਡੇ ਕੋਲ ਗਿਵਨ ਹੈ A ਦੀ ਉਹ ਕਿੰਨੀ ਹੈ 1 ਮੋਲਰ। B ਦੀ ਕੰਸਨਟ੍ਰੇਸ਼ਨ ਦੇਖੋ ਕਿੰਨੀ ਆਏਗੀ, B ਦੇ ਮੋਲਸ ਕਿੰਨੇ ਗਿਵਨ ਨੇ 3, ਔਰ ਵੋਲਿਊਮ ਕਿੰਨਾ ਹੈ ਅਗੇਨ ਤੁਹਾਡੇ ਫਲਾਸਕ ਦਾ 2। ਦੈਟ ਮੀਨਸ B ਦੀ ਜੋ ਕੰਸਨਟ੍ਰੇਸ਼ਨ ਹੈ ਇਨੀਸ਼ੀਅਲੀ ਉਹ ਤੁਹਾਡੇ ਕੋਲ ਗਿਵਨ ਹੈ 1.5 ਮੋਲਰ। C ਦੀ ਜੋ ਤੁਹਾਡੇ ਕੋਲ ਅਮਾਊਂਟ ਹੈ ਉਹ ਤੁਹਾਡੇ ਕੋਲ ਕਿੰਨੀ ਦਿੱਤੀ ਹੋਈ ਹੈ 2 ਮੋਲਸ ਅਪੋਨ ਵੋਲਿਊਮ ਕਿੰਨਾ ਹੈ 2। ਦੈਟ ਮੀਨਸ C ਦੀ ਜੋ ਕੰਸਨਟ੍ਰੇਸ਼ਨ ਹੈ ਤੁਹਾਡੇ ਕੋਲ ਇਨੀਸ਼ੀਅਲੀ ਸਟਾਰਟਿੰਗ ਦੇ ਵਿੱਚ ਉਹ ਕਿੰਨੀ ਗਿਵਨ ਹੈ 1 ਮੋਲਰ। ਹੁਣ ਦੇਖੋ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ। ਹੁਣ ਕੁਐਸਚਨ 'ਚ ਕੀ ਕਿਹਾ ਹੈ ਕਿ ਜਦੋਂ ਇਕੁਲਿਬਰੀਅਮ ਆਇਆ ਹੈ ਨਾ, ਅਟੇਨ ਹੋਇਆ ਇਕੁਲਿਬਰੀਅਮ, ਤਾਂ C ਦੀ ਜਿਹੜੀ ਕੰਸਨਟ੍ਰੇਸ਼ਨ ਹੈ ਉਹ 0.5 ਮੋਲਰ ਹੈ। ਦੈਟ ਮੀਨਸ ਕੰਸਨਟ੍ਰੇਸ਼ਨ ਦੇਖੋ ਆਪਾਂ ਨੂੰ ਪਤਾ ਹੈ ਇਨੀਸ਼ੀਅਲੀ C ਦੀ ਕੰਸਨਟ੍ਰੇਸ਼ਨ ਕਿੰਨੀ ਗਿਵਨ ਹੈ 1, ਹੁਣ ਰਹਿ ਕਿੰਨੀ ਗਈ ਆ ਉਹ 0.5, ਮਤਲਬ 1 ਤੋਂ 0.5 ਹੋ ਰਹੀ ਹੈ, ਮਤਲਬ C ਦੀ ਕੰਸਨਟ੍ਰੇਸ਼ਨ ਕੀ ਹੋ ਰਹੀ ਹੈ ਡਿਕਰੀਜ਼ ਹੋ ਰਹੀ ਹੈ। ਦੈਟ ਮੀਨਸ ਜੋ ਰਿਐਕਸ਼ਨ ਹੈ ਉਹ ਕਿੱਧਰ ਨੂੰ ਪ੍ਰੋਸੀਡ ਕਰ ਰਹੀ ਹੈ, ਮਤਲਬ ਬੈਕਵਰਡ ਨੂੰ ਪ੍ਰੋਸੀਡ ਕਰ ਰਹੀ ਹੈ। ਇਹਦਾ ਮਤਲਬ ਜੋ ਰਿਐਕਸ਼ਨ ਹੈ ਉਹ ਕਿੱਧਰ ਨੂੰ ਪ੍ਰੋਸੀਡ ਜ਼ਿਆਦਾ ਕਰ ਰਹੀ ਹੈ, ਤੁਹਾਡੀ ਬੈਕਵਰਡ ਡਾਇਰੈਕਸ਼ਨ ਨੂੰ ਜ਼ਿਆਦਾ ਪ੍ਰੋਸੀਡ ਕਰ ਰਹੀ ਹੈ। ਮਤਲਬ ਇਕੁਲਿਬਰੀਅਮ ਜਦੋਂ ਅਚੀਵ ਹੋਇਆ ਤਾਂ ਰਿਐਕਸ਼ਨ ਦੇ ਵਿੱਚ ਜਿਹੜਾ ਤੁਹਾਡੀ ਅਮਾਊਂਟ ਹੈ ਉਹ 0.5 ਹੈ, ਮਤਲਬ ਇਨੀਸ਼ੀਅਲੀ ਤਾਂ 1 ਮੋਲਰ ਸੀ, ਪਰ ਜਦੋਂ ਰਿਐਕਸ਼ਨ ਹੋ ਰਹੀ ਹੈ, ਰਿਐਕਸ਼ਨ ਅਟੇਨ ਹੋ ਰਹੀ ਹੈ, ਤਾਂ ਜਦੋਂ ਇਕੁਲਿਬਰੀਅਮ ਆਇਆ 0.5 ਹੈ, ਮਤਲਬ ਰਿਐਕਸ਼ਨ ਕਿੱਧਰ ਨੂੰ ਫੇਵਰ ਕਰ ਰਹੀ ਹੈ, ਮਤਲਬ ਬੈਕਵਰਡ ਡਾਇਰੈਕਸ਼ਨ 'ਚ ਜਾ ਰਹੀ ਹੈ, ਜਿਸ ਕਰਕੇ ਜਿਹੜੀ ਤੁਹਾਡੀ ਕੰਸਨਟ੍ਰੇਸ਼ਨ ਹੈ ਠੀਕ ਹੈ C ਦੀ ਉਹ ਕੀ ਕਰ ਰਹੀ ਹੈ ਤੁਹਾਡੀ ਡਿਕਰੀਜ਼ ਕਰ ਰਹੀ ਹੈ। ਤਾਂ ਹੁਣ ਅਗਰ C ਦੀ ਕੰਸਨਟ੍ਰੇਸ਼ਨ ਡਿਕਰੀਜ਼ ਕਰ ਰਹੀ ਹੈ ਤਾਂ ਆਪਾਂ ਉਸੇ ਦੇ ਅਕੋਰਡਿੰਗ ਪ੍ਰੋਡਕਟ ਨੂੰ ਡਰਾ ਕਰਦੇ ਹਾਂ। ਤਾਂ ਹੁਣ ਲੈਟ ਸਪੋਜ਼ ਕੀ ਕਰ ਲਓ ਕਿ ਮੰਨ ਲਓ ਤੁਹਾਡੇ ਕੋਲ ਅਗਰ ਬੈਕਵਰਡ ਡਾਇਰੈਕਸ਼ਨ 'ਚ ਰਿਐਕਸ਼ਨ ਜਾ ਰਹੀ ਹੈ, ਤੁਹਾਡੀ ਪ੍ਰੋਸੀਡ ਕਰ ਰਹੀ ਹੈ, ਮਤਲਬ ਜੋ ਤੁਹਾਡੇ ਰਿਐਕਟੈਂਟ ਨੇ ਮਤਲਬ A ਅਤੇ ਜੇ ਤੁਹਾਡੇ B ਨੇ ਉਹਦੀ ਅਮਾਊਂਟ ਇਨਕਰੀਜ਼ ਕਰੇਗੀ, ਜਿਹੜੀ C ਹੈ ਉਸ ਦੀ ਅਮਾਊਂਟ ਕੀ ਕਰੇਗੀ ਡਿਕਰੀਜ਼ ਕਰੇਗੀ, ਕਿਉਂਕਿ ਰਿਐਕਸ਼ਨ ਬੈਕਵਰਡ ਜਾ ਰਹੀ ਹੈ। ਤਾਂ ਆਪਾਂ ਲੈਟ ਸਪੋਜ਼ ਕਰ ਲੈਂਦੇ ਹਾਂ ਕਿ A ਦੀ ਅਮਾਊਂਟ ਕਿੰਨੀ ਇਨਕਰੀਜ਼ ਹੋ ਰਹੀ ਹੈ, X ਇਨਕਰੀਜ਼ ਹੋ ਰਹੀ ਹੈ, ਤਾਂ 1 ਦੇ ਕੰਪੈਰੀਜ਼ਨ 'ਚ ਕਿੰਨੀ ਇਨਕਰੀਜ਼ ਹੋ ਰਹੀ ਹੈ X ਇਨਕਰੀਜ਼ ਹੋ ਰਹੀ ਹੈ। ਔਰ ਅਗਰ ਮੈਂ ਸਟਿਕਿਓਮੀਟਰੀ ਦੇ ਅਕੋਰਡਿੰਗ ਦੇਖਾਂ ਤਾਂ ਇਹਦੀ ਅਮਾਊਂਟ ਕਿੰਨੀ ਸੀ 1.5 B ਦੀ, ਤਾਂ ਉਹਦੀ ਕਿੰਨੀ ਇਨਕਰੀਜ਼ ਹੋਏਗੀ ਤੁਹਾਡੀ 2x ਹੋਏਗੀ। ਦੇਖੋ 1 ਦੇ ਕੰਪੈਰੀਜ਼ਨ 'ਚ ਕਿੰਨਾ ਜਾ ਰਿਹਾ ਉੱਥੇ ਡਬਲ ਹੈ। ਤਾਂ ਹਮੇਸ਼ਾ ਸਟਿਕਿਓਮੀਟਰੀ ਦੇ ਅਕੋਰਡਿੰਗ ਹੀ ਆਪਾਂ ਚੈੱਕ ਕਰਦੇ ਹਾਂ ਕਿ ਆਪਣਾ ਜੋ ਅਮਾਊਂਟ ਹੈ ਕਿੰਨਾ ਡਿਕਰੀਜ਼ ਕਰ ਰਿਹਾ ਹੈ, ਕਿੰਨਾ ਇਨਕਰੀਜ਼ ਕਰ ਰਿਹਾ ਹੈ ਵਿਦ ਰਿਸਪੈਕਟ ਟੂ ਯਰ ਇਨੀਸ਼ੀਅਲ ਅਮਾਊਂਟ। ਤਾਂ ਇਨੀਸ਼ੀਅਲੀ ਇੱਥੇ 1 ਸੀ, ਉਹਦੇ ਵਿੱਚ ਕਿੰਨਾ ਇਨਕਰੀਜ਼ ਹੋ ਰਿਹਾ ਆਪਾਂ ਲੈਟ ਸਪੋਜ਼ ਕਰ ਲਿਆ x। B ਦਾ ਕਿੰਨਾ ਇਨੀਸ਼ੀਅਲ ਸੀ 1.5, ਤਾਂ ਕਿੰਨਾ ਇਨਕਰੀਜ਼ ਕਰੇਗਾ 2x ਕਰੇਗਾ ਵਿਦ ਰਿਸਪੈਕਟ ਟੂ ਯਰ ਸਟਿਕਿਓਮੀਟਰੀ, ਹੈ ਨਾ। ਹੁਣ ਦੇਖੋ C ਦਾ ਇਨੀਸ਼ੀਅਲ ਅਮਾਊਂਟ ਕਿੰਨਾ ਸੀ 1 ਸੀ, ਹੁਣ ਉਹ ਡਿਕਰੀਜ਼ ਕਰ ਰਿਹਾ ਘਟ ਰਿਹਾ ਹੈ, ਕਿੰਨਾ ਘਟੇਗਾ ਦੇਖੋ A ਦੇ ਰਿਸਪੈਕਟ ਨਾਲ ਅਗਰ ਦੇਖਾਂ ਤਾਂ C ਕਿੰਨਾ ਹੈ ਡਬਲ ਹੈ, ਮਤਲਬ ਅਗਰ A x ਬਣ ਰਿਹਾ ਹੈ ਤਾਂ C ਕਿੰਨਾ ਘਟੇਗਾ 2x ਘਟੇਗਾ। ਹੁਣ ਅਕੋਰਡਿੰਗ ਟੂ ਯੋਰ ਕੁਐਸਚਨ ਤੁਹਾਡੇ ਕੋਲ ਅਕੋਰਡਿੰਗ ਟੂ ਕੁਐਸਚਨ ਕੀ ਗਿਵਨ ਹੈ ਕਿ ਜਿਹੜਾ ਤੁਹਾਡੇ ਕੋਲ ਇਕੁਲਿਬਰੀਅਮ ਕੰਸਨਟ੍ਰੇਸ਼ਨ ਹੈ C ਦੀ ਦੈਟ ਇਜ਼ 1 - 2x, ਉਹਦੀ ਵੈਲਿਊ ਕਿੰਨੀ ਦੇ ਰੱਖੀ ਹੈ ਤੁਹਾਡੇ ਕੋਲ 0.5 ਹੈ। ਇਹੀ ਜੋ ਕੁਐਸਚਨ ਦਾ ਮੇਨ ਕੰਸੈਪਟ ਸੀ, ਤੁਹਾਨੂੰ ਇਹੀ ਚੀਜ਼ ਸਮਝ ਆਉਣੀ ਚਾਹੀਦੀ ਹੈ ਕਿ ਆਪਣੇ ਕੋਲ ਨੋਰਮਲੀ ਆਪਣੀ ਹੈਬਿਟ ਕੀ ਹੁੰਦੀ ਹੈ ਨਾ, ਆਪਾਂ ਰਿਐਕਟੈਂਟ ਤੋਂ ਜਦੋਂ ਪ੍ਰੋਡਕਟ ਜਾਂਦੇ ਫਾਰਵਰਡ ਕਿ ਆਪਣੇ ਪ੍ਰੋਡਕਟ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਘਟਦੀ ਹੈ ਪ੍ਰੋਡਕਟ ਦੀ ਵੱਧਦੀ ਹੈ, ਤਾਂ ਹਮੇਸ਼ਾ ਕੁਐਸਚਨ ਦੇ ਅਕੋਰਡਿੰਗ ਆਪਾਂ ਨੂੰ ਦੇਖਣਾ ਪੈਂਦਾ ਹੈ ਕਿ ਰਿਐਕਸ਼ਨ ਕਿੱਧਰ ਨੂੰ ਪ੍ਰੋਸੀਡ ਕਰ ਰਹੀ ਹੈ, ਆਪਾਂ ਉਸੇ ਦੇ ਅਕੋਰਡਿੰਗ ਆਪਣੀ ਕੰਸਨਟ੍ਰੇਸ਼ਨਸ ਨੂੰ ਡਿਕਰੀਜ਼ ਜਾਂ ਇਨਕਰੀਜ਼ ਕਰਦੇ ਹਾਂ। ਤਾਂ ਅਕੋਰਡਿੰਗ ਟੂ ਕੁਐਸਚਨ ਆਪਣੇ ਕੋਲ 1 - 2x ਦੀ ਵੈਲਿਊ 0.5 ਆ ਗਈ। ਤਾਂ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਨਾ x ਦੀ ਵੈਲਿਊ ਆ ਜਾਏਗੀ। ਤਾਂ x ਦੀ ਵੈਲਿਊ ਅਗਰ ਤੁਸੀਂ ਸੋਲਵ ਕਰੋਗੇ ਬਣੇਗੀ 0.5/2, ਦੈਟ ਮੀਨਸ 0.25। ਤਾਂ ਅਗਰ ਤੁਸੀਂ x ਦੀ ਵੈਲਿਊ ਇੱਥੇ ਪੁੱਟ ਔਨ ਕਰ ਦਿੰਦੇ ਹੋ ਤੁਹਾਡੇ ਸਿਸਟਮ ਦੇ ਵਿੱਚ
ਤਾਂ x ਦੀ ਵੈਲਿਊ ਪੁੱਟ ਔਨ ਕਰਕੇ ਤੁਹਾਡੇ ਕੋਲ ਇੱਥੇ ਅਮਾਊਂਟਸ ਆ ਜਾਣਗੀਆਂ ਡਿਫਰੈਂਟ A ਦੀਆਂ, B ਦੀਆਂ ਅਤੇ C ਦੀਆਂ। ਅਤੇ ਇਕੁਲਿਬਰੀਅਮ ਦੇ ਉੱਪਰ ਐਟ ਇਕੁਲਿਬਰੀਅਮ ਤਾਂ ਜਿਹੜੀ ਤੁਹਾਡੀ ਆਹ ਕੰਸਨਟ੍ਰੇਸ਼ਨਸ ਆਪਾਂ ਲਿਖੀਆਂ ਹੋਈਆਂ ਨੇ ਇਕੁਲਿਬਰੀਅਮ 'ਤੇ ਹੀ ਲਿਖੀਆਂ ਹੋਈਆਂ ਨੇ। ਤਾਂ x ਦੀ ਵੈਲਿਊ ਪੁੱਟ ਕਰ ਦਿਓ। ਤਾਂ ਜਦੋਂ x ਦੀ ਵੈਲਿਊ ਪੁੱਟ ਕਰੋਗੇ 1 + 0.25 ਕਿੰਨੀ ਹੋ ਗਈ 1.25, 1.5 + 2 ਟਾਈਮਸ ਆਫ x। ਜਦੋਂ ਵੈਲਿਊ ਪੁੱਟ ਕਰੋਗੇ x ਦੀ ਤਾਂ B ਦੀ ਅਮਾਊਂਟ ਠੀਕ ਹੈ ਇਕੁਲਿਬਰੀਅਮ 'ਤੇ ਕਿੰਨੀ ਬਣ ਜਾਏਗੀ ਦੇਖੋ 1.5 + 2 × 0.25 ਤਾਂ ਇਹ ਬਣ ਜਾਏਗੀ ਤੁਹਾਡੀ 2 ਮੋਲਰ। ਠੀਕ ਹੈ, ਇਹ 1.25 ਮੋਲਰ, ਇਹ ਬਣ ਜਾਏਗੀ 2 ਮੋਲਰ। ਔਰ C ਦੀ ਕੰਸਨਟ੍ਰੇਸ਼ਨ ਤਾਂ ਤੁਹਾਡੇ ਕੋਲ ਆਲਰੇਡੀ ਮੈਂਸ਼ਨ ਹੀ ਹੈ, ਉਹ ਕਿੰਨੀ ਹੈ ਤੁਹਾਡੇ ਕੋਲ 0.5 ਮੋਲਰ। ਹੁਣ ਕੁਐਸਚਨ 'ਚ ਆਪਾਂ ਫਾਈਂਡ ਕੀ ਕਰਨਾ ਹੈ ਇਕੁਲਿਬਰੀਅਮ ਕਾਂਸਟੈਂਟ। ਦੇਖੋ ਜੋ ਇਕੁਲਿਬਰੀਅਮ ਕਾਂਸਟੈਂਟ ਹੈ Kc ਉਹ ਕਾਹਦੇ ਇਕੁਅਲ ਆਉਂਦਾ ਹੈ ਪ੍ਰੋਡਕਟ ਦੀ ਕੰਸਨਟ੍ਰੇਸ਼ਨ ਇਨਟੂ ਜੋ ਵੀ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ ਹੈ ਉਹਦਾ, ਉਹ ਪਾਵਰ 'ਚ ਚਲੀ ਜਾਂਦੀ ਹੈ अपॉन अपने कोल किहदे विच आंदा है अपॉन थोड़े कोल जो रिएक्टेंट की कंसनट्रेशन है वो तो जो भी वो कोएफिशिएंट ने स्टिक्योमेट्री वो पावर च चले जाते हैं। तो अकॉर्डिंग टू द गिवन रिएक्शन इत्थे की बनेगा थोड़े कोल दैट इज़ कंसनट्रेशन ऑफ C कोएफिशिएंट 2 है तो वो पावर बन जाएगी 2 अपॉन कंसनट्रेशन ऑफ A इंटू कंसनट्रेशन ऑफ B ਦੀ ਪਾਵਰ 2 ਕਿਉਂਕਿ B ਦਾ ਕੋਐਫੀਸ਼ੀਐਂਟ 2 ਹੈ A ਦਾ ਕੋਐਫੀਸ਼ੀਐਂਟ ਕਿੰਨਾ ਹੈ 1। ਤਾਂ ਵੈਲਿਊ ਪੁੱਟ ਕਰ ਦਿਓ। ਧਿਆਨ ਰੱਖਣਾ ਆਲਵੇਜ਼ ਜੋ ਵੀ ਤੁਹਾਡਾ ਇਕੁਲਿਬਰੀਅਮ ਕਾਂਸਟੈਂਟ ਹੈ ਉਹਦੇ ਵਿੱਚ ਹਮੇਸ਼ਾ ਹੀ ਇਕੁਲਿਬਰੀਅਮ ਕੰਸਨਟ੍ਰੇਸ਼ਨ ਫਿਲ ਕਰਨੀਆਂ ਨੇ। ਜੋ ਵੀ ਕੰਸਨਟ੍ਰੇਸ਼ਨਸ ਆਣੀਆਂ ਨੇ ਉਹ ਕੰਸਨਟ੍ਰੇਸ਼ਨ ਕਿਹੜੀਆਂ ਹੁੰਦੀਆਂ ਨੇ ਇਕੁਲਿਬਰੀਅਮ 'ਤੇ ਕਿੰਨੀਆਂ ਨੇ ਉਹ ਵੈਲਿਊ ਤੁਸੀਂ ਇੱਥੇ ਕੀ ਕਰਨੀਆਂ ਨੇ ਪੁੱਟ ਔਨ ਕਰਨੀਆਂ ਨੇ। ਤਾਂ ਕੰਸਨਟ੍ਰੇਸ਼ਨ C ਦੀ ਕਿੰਨੀ ਇਕੁਲਿਬਰੀਅਮ 'ਤੇ 0.5 ਦਾ ਸਕੁਆਇਰ अपॉन A ਦੀ ਕੰਸਨਟ੍ਰੇਸ਼ਨ ਕਿੰਨੀ ਹੈ 1.25, B ਦੀ ਕੰਸਨਟ੍ਰੇਸ਼ਨ ਕਿੰਨੀ ਹੈ 2 ਦਾ ਸਕੁਆਇਰ ਹੈ ਨਾ। ਸੋਲਵ ਕਰੋ ਇਹਨੂੰ, ਜਦੋਂ ਤੁਸੀਂ ਸੋਲਵ ਆਊਟ ਕਰੋਗੇ ਤਾਂ ਸੋਲਵ ਆਊਟ ਕਰਕੇ ਇਹਦਾ ਜਿਹੜਾ ਆਨਸਰ ਬਣੇਗਾ ਹੈ ਨਾ ਤਾਂ ਦੇਖੋ ਕਿੰਨਾ ਬਣ ਰਿਹਾ ਹੈ। ਉੱਪਰ ਇਹਨੂੰ ਸੋਲਵ ਕਰੋ ਬਣ ਗਿਆ 0.25 ਡਿਵਾਈਡਡ ਬਾਈ 1.25 × 4। ਤਾਂ ਜਦੋਂ ਮੈਂ ਇਸ ਨੂੰ ਹੁਣ ਸੋਲਵ ਆਊਟ ਕਰੂੰਗਾ ਦੇਖੋ ਪੁਆਇੰਟ ਨਾਲ ਤਾਂ ਪੁਆਇੰਟ ਕੈਂਸਲ 25 ਦੇ ਟੇਬਲ ਦੇ ਵਿੱਚ 25 ਕਿੰਨੇ 'ਤੇ ਆਉਂਦਾ 5 'ਤੇ ਦੈਟ ਮੀਨਸ ਕਿੰਨਾ ਬਣ ਗਿਆ 1/20 ਔਰ 1/20 ਦੀ ਵੈਲਿਊ ਕਿੰਨੀ ਹੁੰਦੀ ਹੈ 0.05 ਤੇ ਇਹਦਾ ਆਨਸਰ ਕਿੰਨਾ ਆ ਜਾਏਗਾ 0.05। ਤਾਂ ਇਸ ਕੁਐਸਚਨ ਦਾ ਆਨਸਰ ਕਿੰਨਾ ਆ ਜਾਏਗਾ ਦੈਟ ਇਜ਼ ਯੂਅਰ C ਆਪਸ਼ਨ। ਆਈ ਹੋਪ ਕਿ ਇਸ ਕੁਐਸਚਨ ਦਾ ਜੋ ਕਨਸੈਪਟ ਸੀ ਇਕੁਲਿਬਰੀਅਮ ਕਾਂਸਟੈਂਟ ਆਪਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ, ਸਟਿਕੀਓਮੈਟਰੀ ਦਾ ਕੀ ਰੋਲ ਰਹਿੰਦਾ ਹੈ, ਆਪਾਂ ਜਦੋਂ ਇਕੁਲਿਬਰੀਅਮ ਤੇ ਕੰਸਨਟ੍ਰੇਸ਼ਨਸ ਨੂੰ ਲਿਖਣਾ ਹੈ ਕਿੱਦਾਂ ਡਿਕਰੀਜ਼ ਕਰੇਗਾ ਕਿੱਦਾਂ ਇਨਕਰੀਜ਼ ਕਰੇਗਾ, ਇਕੁਲਿਬਰੀਅਮ ਕਾਂਸਟੈਂਟ ਨੂੰ ਆਪਾਂ ਕਿੱਦਾਂ ਡਿਫਾਈਨ ਕਰਦੇ ਹਾਂ ਪ੍ਰੋਡਕਟ ਦੀ ਕੰਸਨਟ੍ਰੇਸ਼ਨ ਅਪੋਨ ਰਿਐਕਟੈਂਟ ਦੀ ਕੰਸਨਟ੍ਰੇਸ਼ਨ ਟਰਮਸ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਕਨਸੈਪਟ ਸਮਝ ਆ ਗਿਆ ਹੋਣਾ ਹੈ। ਵੀਡੀਓ ਅੱਛਾ ਲੱਗਦਾ ਹੈ ਤਾਂ ਬੇਟਾ ਕਮੈਂਟ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਆਪਣੇ ਫਰੈਂਡ ਸਰਕਲ ਦੇ ਵਿੱਚ ਜੋ ਵੀ ਤੁਹਾਡੇ ਹੈ ਨਾ ਫਰੈਂਡਸ ਨੇ ਜਾਂ ਤੁਹਾਡੇ ਗਰੁੱਪ ਸਰਕਲ ਬਣਿਆ ਹੋਇਆ ਹੈ ਉਹਨਾਂ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਵੀ ਬੱਚੇ ਹੈ ਨਾ ਪੜ੍ਹਨ ਦੇ ਇੱਛੁਕ ਨੇ ਕਨਸੈਪਟ ਸਿੱਖਣਾ ਚਾਹੁੰਦੇ ਨੇ ਉਹ ਆਪਣੇ YouTube ਚੈਨਲ ਦੇ ਉੱਪਰ ਆ ਕੇ ਫ੍ਰੀ ਆਫ ਕੋਸਟ ਚੀਜ਼ਾਂ ਨੂੰ ਸਿੱਖ ਸਕਦੇ ਨੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਹੈਪੀ ਲਰਨਿੰਗ।